ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅਮਰੀਕੀ ਅਖਬਾਰ ਦੇ ਦਾਅਵੇ ਅਤੇ ਡਾਕਟਰ ਫੌਚੀ ਦੇ ਸ਼ੱਕ ਨੇ ਫਿਰ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਆ ਅੰਜੂ ਜੀ ਵੀ ਖਬਰਾਂ ਸੁਣਾ ਕੇ ਹਟੇ ਕਿ ਇੱਕ ਬਹਿਸ ਛੇੜ ਦਿੱਤੀ ਹੈ, ਚੀਨ ਨੇ ਉਸ ਨੂੰ ਫਿਰ ਨਕਾਰ ਦਿੱਤਾ ਹੈ। ਕੀ ਕਹਿਣਾ ਚਾਹੋਗੇ? हाँ जी, देखो ये बहस तो चलेगी जब तक बीमारी है तब तक चलेगी। और इंडिया च तो मैंने लगता कल RSS वाले ने बैठक कर ली है, जल्दी गायब हो जाऊगी बीमारी। अच्छा, खैर देखो ਜਿਹੜੇ ਡਾਕਟਰ ਫੌਚੀ ਆ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਕ੍ਰਿਕਟ ਦੇ ਵਿੱਚ ਨਾ ਕੁਝ ਮਿਸਟਰੀ ਬੋਲਰ ਹੁੰਦੇ ਆ। ਅਜੰਤਾ ਮੈਂਡਿਸ ਹੋਇਆ ਹੈ, ਸਕੀਨ ਮੁਸ਼ਤਾਕ ਹੁੰਦਾ ਸੀਗਾ, ਹੁਣ ਸਾਡੇ ਇੱਥੇ ਇੱਕ ਮੁੰਡਾ ਅਰੁਣ ਆ। ਮਿਸਟਰੀ मतलब कि पता नहीं लगता। एक रशीद है अफगानिस्तान का मिस्टरी बॉलर है कि केड़ी बॉल सुटनी है इन्होंने। डॉक्टर फौची भी मैनू तो मिस्टरी मैन ही लगता है जी जी, क्योंकि देखो हाँ जी बॉलर को पता नहीं केड़ी गूगली सुटनी। पहला तो इस गल से अड़े रहे डोनाल्ड ट्रंप के कार्यकाल यही हैड सीगे ना, जी मतलब कि जिदा हरेक देश के एक टास्क फोर्स बनी है समझो, तो ਉਹਦੇ ਹੈਡ ਇਹ ਸੀਗਾ US ਦੇ ਵਿੱਚ। ਤੇ ਇੱਥੇ ਬੜੇ ਵੱਡੇ ਡਾਕਟਰ ਆ ਇਹ ਕਹਿੰਦੇ ਸੀਗੇ ਕਿ ਨਹੀਂ ਐਸੀ ਕੋਈ ਸੰਭਾਵਨਾ ਹੀ ਨਹੀਂ ਹੈ। ਪਹਿਲਾਂ ਇਹ ਕਹਿ ਰਹੇ ਸੀਗੇ ਕਿ ਐਸੀ ਕੋਈ ਸੰਭਾਵਨਾ ਨਹੀਂ ਕਿ ਵਾਇਰਸ ਮੈਨ ਮੇਡ ਆ, ਕਿਉਂਕਿ ਇਹ ਨੈਚੁਰਲੀ ਪੈਦਾ ਹੋਇਆ ਵਾ। ਮਤਲਬ ਇਹ ਥਿਊਰੀ ਦਿੱਤੀ ਜਾਂਦੀ ਸੀਗੀ ਜਿਹੜੀ ਕਿ ਕੁਝ ਚਮਗੇਦੜ ਵਗੈਰਾ ਜੋ ਵੀ ਹੈ ਉਹ ਮੀਟ ਮਾਰਕੀਟ ਚੋਂ ਆ ਗਏ ਮਨੁੱਖ ਦੇ ਤੇ ਮਨੁੱਖ ਤੋਂ ਫੈਲ ਗਿਆ। ਹੁਣ ਇਹ ਕਹਿ ਰਹੇ ਨੇ ਕਿ ਨਹੀਂ ਜੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਕੁਛ ਹੋਰ ਵੀ ਹੋ ਸਕਦਾ ਆ। ਪਰ ਡੋਨਾਲਡ ਟਰੰਪ ਦਾ ਤਾਂ ਬੇੜਾ ਧੋ ਕੇ ਰੱਖ ਦਿੱਤਾ ਇਹਨਾਂ ਨੇ। ਕਿਉਂ? ਕਿਉਂਕਿ ਉਸ ਟਾਈਮ ਤਾਂ ਇਹ ਜਦੋਂ ਦਾਅਵਾ ਕਰਦੇ ਸੀਗੇ ਇਸ ਤਰ੍ਹਾਂ ਦਾ ਇਹ ਨਕਾਰ ਦਿੰਦੇ ਸੀਗੇ। ਔਰ ਦੂਜੀ ਗੱਲ ਹੈ ਕਿ ਟੀਕੇ ਦਾ ਵੀ ਜਦੋਂ ਉਹਨਾਂ ਨੇ ਕਿਹਾ ਕਿ ਸਾਲ ਦੇ ਅਖੀਰ ਤੱਕ ਬਣਾ ਦਿਆਂਗੇ, ਕਹਿੰਦੇ ਕਿ ਨਹੀਂ ਭਾਈ ਸਾਹਿਬ 1.5 ਸਾਲ ਹੋਰ ਲੱਗੇਗਾ। 1.5 ਸਾਲ ਹੋਰ ਲੱਗੇਗਾ। ਤੇ ਜਿਵੇਂ ਡੋਨਾਲਡ ਟਰੰਪ ਨੇ ਬਸਤਾ ਗੋਲ ਕੀਤਾ ਨਾਲ ਦੀ ਨਾਲ ਟੀਕਾ ਵੀ ਅਮਰੀਕਾ ਸ਼ੁਰੂ ਫਾਰਮਾ ਲੌਬੀ ਸਭ ਨੂੰ ਪਤਾ ਹੀ ਹੈ ਕਿੰਨੀ ਸਟਰੋਂਗ ਆ। ਤਾਂ ਖੈਰ ਹੁਣ ਇਹ ਡਾਕਟਰ ਫੌਜੀ ਦਾਅਵਾ ਕਰ ਰਹੇ ਆ ਕਿ ਦੇਖੋ ਜੀ ਮਤਲਬ ਕਿ ਜਿਹੜੀ ਸਟੇਟਮੈਂਟ ਆ ਕਿ ਕੁਝ ਹੋਰ ਵੀ ਹੋ ਸਕਦਾ ਹੈ, ਜਾਂਚ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਅਮਰੀਕਾ ਦੇ ਇੱਕ ਅਖਬਾਰ ਨੇ ਇਹ ਗੱਲ ਕਹੀ ਆ ਕਿ ਜਦੋਂ ਇਹ ਡਾਟਾ ਵਗੈਰਾ ਸ਼ੇਅਰ ਕਰ ਰਹੇ ਸੀਗੇ ਸ਼ੁਰੂਆਤੀ ਦੌਰ ਦੇ ਵਿੱਚ ਚੀਨੀਏ, ਤਾਂ ਉਸ ਟਾਈਮ ਉਹ ਤੋਂ 1 ਮਹੀਨਾ ਪਹਿਲਾਂ ਮਤਲਬ ਕਿ ਇਹਨਾਂ ਦੇ 3 ਜਿਹੜੇ ਸੀਗੇ ਉੱਥੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਹੈ ਜਿਹੜਾ, ਉਹਦੇ ਵਿੱਚ ਇਹ ਕੁਛ ਜਿਹੜੇ ਕੰਮ ਕਰਦੇ ਇਹਨਾਂ ਦੇ ਸਿਹਤ ਮਾਹਰ ਸੀਗੇ ਉਹ ਬਿਮਾਰ ਪਏ ਤਾਂ ਸਿੰਪਟਮ ਉਹਨਾਂ ਦੇ ਸੀ ਕਰੋਨਾ ਦੇ ਸੀ। ਜੀ ਜੀ ਤੇ ਉਹਨਾਂ ਕੋਲ ਮਤਲਬ ਕਿ ਡਾਕੂਮੈਂਟ ਆ। ਹੁਣ ਤੁਸੀਂ ਇਸ ਚੀਜ਼ ਨੂੰ ਦੇਖ ਲਓ ਕਿ ਕੀ ਹੈ ਕਿ ਦਾਵਾ ਜਿਹੜਾ ਬਦਲ ਗਿਆ। ਹੁਣ ਤੁਸੀਂ ਸੋਚੋ, ਪੋਲੀਟੀਕਲੀ ਸੋਚੋ ਥੋੜਾ ਜਿਹਾ ਇਸ ਐਂਗਲ ਤੋਂ ਕਿ ਜੇ ਉਸ ਸਮੇਂ ਡੋਨਾਲਡ ਟਰੰਪ ਵਾਲਾ ਟੀਕਾ ਜਿਹੜਾ ਸੀਗਾ ਉਹ ਲੱਗ ਜਾਂਦਾ ਤਾਂ ਸਿਆਸੀ ਟੀਕਾ ਕਿਤੇ ਨਾ ਕਿਤੇ ਲੱਗਣ ਤੋਂ ਬਚ ਜਾਂਦੇ। ਖੈਰ ਚਲੋ ਉਹ ਚੀਜ਼ਾਂ ਵੀ ਛੱਡੋ, ਦਾਅਵੇ ਬਥੇਰੇ ਆ ਰਹੇ ਆ। ਇਹ ਓਪਨ ਡਿਬੇਟ ਆ। ਹੁਣ ਇਹ ਮੈਚ ਖੁੱਲ ਕੇ ਹੋਣਗੇ। ਇਸ ਟਾਈਮ ਬਹੁਤ ਸਾਰੀਆਂ ਜ਼ੁਬਾਨਾਂ ਖਾਮੋਸ਼ ਨੇ, ਇਤਿਹਾਸ ਨੇ ਗਾਂ ਜਾ ਕੇ ਦੱਸਣਾ ਕੌਣ ਗਲਤ ਆ ਕੌਣ ਝੂਠਾ ਹੈ ਕੌਣ ਸਹੀ ਆ। ਕਿਉਂਕਿ ਓਪਨ ਡਿਬੇਟ ਦੇ ਵਿੱਚ ਹੁਣ ਇਹ ਵੀ ਹੈ ਕਿ ਜਿਹੜੇ ਨੋਬਲ ਪੁਰਸਕਾਰ ਜੇਤੂ ਹੈ ਮੇਰੇ ਖਿਆਲ ਦੇ ਨਾਲ ਨਾਮ ਹੈ ਕੁਛ ਕੁਛ ਐਸਾ ਨਾਮ ਹੈ ਉਹਨਾਂ ਦਾ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਆ ਜਿਹੜੀ ਮਤਲਬ ਕਿ ਮਿਊਟੇਸ਼ਨ ਹੋ ਰਹੀ ਹੈ ਵਾਇਰਸ ਦੀ ਇਹ ਟੀਕਾਕਰਨ ਤੋਂ ਬਾਅਦ ਸ਼ੁਰੂ ਹੋਈ ਹੈ, ਜਿਹੜਾ ਉਹ ਰੂਪ ਬਦਲਣਾ ਸ਼ੁਰੂ ਹੋਇਆ। ਸੋ ਮੈਚ ਖੁੱਲ ਗਿਆ ਹੁਣ, ਪਰ ਇਹ ਜਿਹੜੀ ਗੁੰਝਲ ਹੈ ਇਹ ਨਹੀਂ ਖੁੱਲੇਗੀ, ਇਹ ਹਾਲ ਦੀ ਘੜੀ रहेगी। क्योंकि बहुत कुछ दाते लगा फलसफी को वैस के अंदर खुदा मिलता नहीं, डोर को सुलझा रहा है और सिरा मिलता नहीं। ये ऐसी है कि सिरा नहीं मिलना है पर ओपन है डिबेट। ਹੁਣ ਤੁਸੀਂ ਸਰਚ ਕਰੋ ਜਿੰਨਾ ਜਿਹਦੇ ਮਰਜ਼ੀ ਦਾਅਵੇ ਤੇ ਯਕੀਨ ਕਰੋ, ਪਰ ਮੈਚ ਇੱਕ ਵਾਰੀ ਫਿਰ ਖੁੱਲ ਗਿਆ, ਓਪਨ ਵਾਲਾ ਹੀ ਆ ਜੀ। ਬਿੱਟੂ ਸਾਡੇ ਨਾਲ ਕਾਫੀ ਸਮੇਂ ਤੋਂ ਕਾਲਰ ਨੇ, ਸ਼ਾਇਦ ਕੁਝ ਕਹਿਣਾ ਲੋਚਦੇ ਨੇ। ਵੈਲਕਮ ਜੀ, ਸਵਾਗਤ ਹੈ। ਹੈਲੋ ਬਈ, ਜੇ ਤੁਸੀਂ ਲੋਕਲ ਨੰਬਰ 'ਤੇ ਡਾਇਲ ਕਰਕੇ ਸੁਣਨਾ ਹੈ ਤਾਂ 6417411919 641 741 1919 ਇਹ ਸਾਡੇ ਕਿਸੇ ਲਿਸਨਰ ਨੇ ਹੀ ਨੰਬਰ ਦਿੱਤਾ। ਵੈਸੇ ਜਿਹੜੀ ਹੈ ਲੋਕਲ ਡੀਲ ਜਿਹੜੀ ਹੈ ਕਾਫੀ ਮਹਿੰਗੀ ਸੀ, ਇਸ ਕਰਕੇ ਪਈ ਸਮਾਂ ਅਜੇ COVID-19 ਕਰਕੇ ਜਿਹੜਾ ਹੈ ਕਾਫੀ ਸਾਨੂੰ ਹਾਈ ਰੇਟ ਲੱਗਾ, ਪਰੰਤੂ 641
74119119 ਜਿਹੜਾ ਹੈ ਇਹ ਲੋਕਲ ਨੰਬਰ ਹੈ ਤੇ ਆਪਣਾ ਚੈੱਕ ਕਰ ਲੈਣਾ। ਮੈਂ 6477411919 ਲਾਇਆ। ਇਹ ਤੇ ਜਦੋਂ ਅਸੀਂ ਅਮਰੀਕਨ ਨੰਬਰ ਲਾਉਣਾ ਹੁੰਦਾ, ਲੌਂਗ ਡਿਸਟੈਂਸ ਲਾਉਣਾ ਹੁੰਦਾ ਤਾਂ ਸਾਨੂੰ ਇੱਕ ਲਾਉਣਾ ਪੈਂਦਾ, ਪਰ ਲੋਕਲ ਨੰਬਰ ਜਿੱਦਾਂ ਆਪਾਂ 416 716 7794 ਜਿੱਦਾਂ ਮੇਰਾ ਨੰਬਰ ਹੈ ਇਹ ਲਾਉਣਾ ਹੋਵੇ ਤਾਂ ਸਾਨੂੰ 1 ਹੀ ਲਾਉਣਾ ਪੈਂਦਾ। ਸੋ ਫਿਰ ਵੀ ਪਲੀਜ਼ ਮੇਰੀ ਰਿਕੁਐਸਟ ਹੈ ਚੈੱਕ ਕਰ ਲਿਓ ਕਿਤੇ ਤੁਹਾਨੂੰ ਬਿੱਲ ਨਾ ਆ ਜਾਵੇ ਪਈ ਮੁੜ ਕੇ ਕਹੋ ਕਿ ਚਾਵਲਾ ਜੀ ਆਹ ਕੀ ਹੋ ਗਿਆ। ਸੋ ਆਹ ਮੈਂ ਲਾ ਕੇ ਵੇਖਿਆ, ਸਪੀਕਰ ਹੁਣ ਔਨ ਕਰ ਲੈਂਦੇ ਆ, ਜੋ ਕੁਝ ਵੀ ਹੋਊਗਾ ਤੁਹਾਡੇ ਸਾਹਮਣੇ ਹੈ। ਸੋ ਡਾਇਲ ਕਰਨ ਤੋਂ ਪਹਿਲਾਂ ਸੁਚੇਤ ਜ਼ਰੂਰ ਹੋਇਓ ਜੀ। ਸੋ 6411919 ਇਹ 647 ਨਾ ਲਾ ਲਿਓ ਕਿਤੇ, ਹਾਂਜੀ ਇਹਨਾਂ ਖਿਆਲ ਰੱਖਿਓ। ਸੋ ਲੋਕਲ ਨੰਬਰ ਜਿਹੜਾ ਵੀਰ ਮੰਗਦੇ ਸੀ ਉਹਨਾਂ ਵਾਸਤੇ ਆ। ਅਗਲਾ ਮੇਰਾ ਕੁਐਸਚਨ ਹੈ ਚੱਲਦਾ ਰਹੇ। ਸੋ ਇਹ ਲੋਕਲ ਨੰਬਰ ਹੈ ਜੀ, ਤੁਸੀਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਪੰਜਾਬ ਦੇ ਦਾਗੀ ਨੇਤਾਵਾਂ ਦਾ ਡਾਟਾ ਪਹੁੰਚਿਆ ਹਾਈ ਕੋਰਟ ਦੇ ਵਿੱਚ। ਪਾਓ ਹਾਂ ਚਾਨਣਾ ਮਿੰਟੂ ਜੀ। ਹਾਂਜੀ ਦਾਗੀ ਨੇ ਦਾਗੀ ਆ, ਵੈਸੇ ਦਾਗੀ ਅੱਜ ਕੱਲ ਕੁਛ ਬਾਗੀ ਵੀ ਹੋਏ ਪਏ ਆ, ਦੋਨੇ ਚੀਜ਼ਾਂ ਹੀ ਆ। ਕਿ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਇਸ ਸੂਚੀ 'ਚ ਸ਼ਾਮਲ ਆ ਇਹਨਾਂ ਤੇ ਕੇਸ ਆ। ਤੇ ਇਹ ਨੁਮਾਇੰਦੇ ਆ ਜਿਹੜੇ ਨੁਮਾਇੰਦਿਆਂ ਤੇ ਮਤਲਬ ਕਿ ਕੇਸ ਚੱਲਦੇ ਆ, ਪੈਂਡਿੰਗ ਪਏ ਆ। ਉਹਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਵਿਰਸਾ ਸਿੰਘ ਵਲਟੋਆ ਵਾਲਾ ਮਾਮਲਾ ਤੇ ਪੂਰੇ ਇੰਡੀਆ 'ਚ ਚਰਚਾ ਦਾ ਵਿਸ਼ਾ ਬਣਿਆ ਸੀਗਾ, ਡਾਕਟਰ ਤਰੇਨ ਵਾਲਾ ਕੇਸ, ਪਰ ਉਹਦੇ 'ਚੋਂ ਉਹ ਬਰੀ ਹੋ ਚੁੱਕੇ ਆ, ਉਹਨੂੰ ਕੱਢ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਬਹੁਤ ਪੁਰਾਣਾ ਕੇਸ ਸੀਗਾ। ਉਹਦੇ ਤੇ ਬਹੁਤ ਚਰਚਾ ਹੋ ਰਹੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਕਿ ਇੰਨਾ ਪੁਰਾਣਾ ਕੇਸ 34-35 ਸਾਲ ਦਾ, ਔਰ ਉਹਦਾ ਜਿਹੜਾ ਚਲਾਨ ਸੀ ਮੇਰੇ ਖਿਆਲ ਦੇ ਨਾਲ ਇਸ ਸਰਕਾਰ 'ਚ ਪੇਸ਼ ਕੀਤਾ ਗਿਆ। ਵੈਸੇ ਜੇ ਤੁਸੀਂ ਦੇਖੋਗੇ ਜਦੋਂ ਕਾਂਗਰਸ ਆਈ ਸੀਗੀ, ਸੱਤਾ ਬਦਲੀ ਹੋਈ ਆ, ਤਾਂ ਉਦੋਂ ਸੁਖਬੀਰ ਸਿੰਘ ਬਾਦਲ ਤੇ ਵੀ ਇੱਕ ਕੇਸ ਦਰਜ ਕੀਤਾ ਸੀ ਇਹਨਾਂ ਨੇ, ਕਾਂਗਰਸੀਆਂ ਨੇ, ਸ਼ਾਇਦ ਧਰਨਾ ਲਾਇਆ ਸੀ ਹਰੀਕੇ ਪੱਤਣ ਤੇ ਇਹਨਾਂ ਨੇ। ਉਦੋਂ ਇਹਨਾਂ ਨੇ ਅਕਾਲੀਆਂ ਨੇ ਕਾਫੀ ਧਰਨੇ ਲਾਏ ਸੀਗੇ, ਤਾਂ ਉਸ ਟਾਈਮ ਮਾਮਲੇ ਦਰਜ ਕੀਤੇ ਗਏ ਸੀ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉਸ ਸਮੇਂ ਬ੍ਰਹਮਪੁਰਾ ਦੇ ਨਾਲ ਇਕੱਠੇ ਇੱਕੋ ਕੰਬਲ 'ਚ ਪਏ ਹੁੰਦੇ ਸੀ ਪੁਲ ਤੇ, ਤਾਂ ਇਹਨਾਂ ਤੇ ਮੁਕੱਦਮਾ ਦਰਜ ਹੋਇਆ ਸੀ। ਪਰ ਮੇਰੇ ਖਿਆਲ ਦੇ ਨਾਲ, ਜੇ ਮੇਰੀ ਜਾਣਕਾਰੀ ਗਲਤ ਨਹੀਂ ਹੈ, ਤਾਂ ਅੱਜ ਤੱਕ ਉਹਦੇ 'ਚ ਵੀ ਚਾਰਜਸ਼ੀਟ ਫਾਈਲ ਨਹੀਂ ਹੋਈ। ਮਤਲਬ ਕਿ ਬਹੁਤ ਹੱਦ ਤੱਕ ਕੀ ਹੈ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ, ਕੇਸ ਚੱਲਦੇ ਰਹਿੰਦੇ ਆ। ਸੋ ਇਸ ਮਾਮਲੇ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਨਵਜੋਤ ਸਿੰਘ ਸਿੱਧੂ ਦਾ ਨਾਂ ਹਾਲੇ ਵੀ ਇਸ ਸੂਚੀ 'ਚ ਇਸ ਕਰਕੇ ਕਿਉਂਕਿ 1988 ਦੀ FIR ਆ। ਵਿਰਸਾ ਸਿੰਘ ਵਲਟੋਆ ਦਾ ਵੀ ਨਾਂ ਤਾਂ ਹੋਏਗਾ ਕਿਉਂਕਿ ਸਾਰੀ ਸੂਚੀ ਇਹਨਾਂ ਨੇ ਦੇ ਦਿੱਤੀ ਆ। ਉਹਦੇ ਵਿੱਚ ਮਤਲਬ ਕਿ ਕੇਸ ਉਹ ਬਰੀ ਹੋ ਗਿਆ। ਸਿੱਧੂ ਦਾ ਵੀ ਮਾਮਲਾ ਕੁਛ ਐਸਾ ਹੀ ਆ ਕਿ ਇਹ ਵੀ ਬਰੀ ਹੋ ਗਏ ਸੀ ਮੇਰੇ ਖਿਆਲ ਦੇ ਨਾਲ, ਕੁਛ ਮਾੜੀ ਮੋਟੀ ਇੱਕ ਸਿੰਬੋਲਿਕਲੀ ਥੋੜੀ ਜਿਹੀ ਸਜ਼ਾ ਸੀਗੀ। ਤਾਂ ਉਹਦੇ ਵਿੱਚ ਕੀ ਆ ਕਿ 96 ਆ ਪੰਜਾਬ ਦੇ, ਹਰਿਆਣੇ ਦੇ ਮੇਰੇ ਖਿਆਲ ਦੇ ਨਾਲ ਮਹਿਜ਼ 21 ਆ, ਇੱਥੇ ਵੀ ਝੰਡੀਆਂ ਪੂਰੀਆਂ ਬੁਲੰਦ ਆ। ਤਾਂ 96 ਆ ਕੇਸ ਜਿਹੜੇ ਕੁੱਲ ਮੇਰੇ ਖਿਆਲ ਦੇ ਨਾਲ ਉਹ 161 ਦੇ ਕਰੀਬ ਆ, 160 ਦੇ ਕਰੀਬ ਕੇਸ ਆ। ਇਹਦੇ 163 ਆ ਮੇਰੇ ਖਿਆਲ ਦੇ ਨਾਲ, 163 ਮਾਮਲੇ ਆ। ਤੇ ਜਿਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਵੀ ਆ, ਸਿਮਰਨਜੀਤ ਸਿੰਘ ਮਾਨ ਦਾ ਵੀ ਆ, ਸੁੱਚਾ ਸਿੰਘ ਲੰਗਾਹ ਦਾ ਵੀ ਆ, ਸ਼ਾਇਦ ਭਗਵੰਤ ਮਾਨ ਦਾ ਵੀ ਆ। ਇਸ ਤਰ੍ਹਾਂ ਕਈ ਨੇ, ਪ੍ਰੇਮ ਸਿੰਘ ਚੰਦੂ ਮਾਜਰਾ ਦਾ, ਧਿਆਨ ਸਿੰਘ ਮੰਡ ਦਾ। ਮਤਲਬ ਕਿ ਕੁਛ MLA, ਕੁਛ MPs ਹੁਣ ਦੇ ਮੌਜੂਦਾ ਆ, ਕੁਛ ਸਾਬਕਾ। ਮਤਲਬ ਕਿ ਜੇ ਤੁਸੀਂ ਇਹਦੇ ਵਿੱਚ ਵੇਖੋਗੇ ਤਾਂ ਜਿਹੜੇ 96 ਨੇ ਟੋਟਲ ਪੰਜਾਬ ਦੇ, ਉਹਦੇ ਵਿੱਚੋਂ 4 ਮੌਜੂਦਾ ਜਿਹੜੇ ਆ ਉਹ ਹੈਗੇ ਆ ਮਤਲਬ ਕਿ MP, 5 ਜਿਹੜੇ ਆ ਉਹ ਸਾਬਕਾ MP ਆ, 35 ਮੌਜੂਦਾ ਵਿਧਾਇਕ ਆ, ਹਿਸਾਬ ਲਾ ਲਓ 35 ਮੌਜੂਦਾ ਜਿਹੜੇ ਸਿਟਿੰਗ MLA ਆ, ਤੇ ਇਸ ਤੋਂ ਇਲਾਵਾ 52 ਜਿਹੜੇ ਆ ਉਹ ਸਾਬਕਾ ਵਿਧਾਇਕ ਆ। ਤਾਂ ਕੁੱਲ ਮਿਲਾ ਕੇ ਇੰਨੇ ਕੇਸ ਆ। ਪਰ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਸਾਰੇ ਇੰਡੀਆ ਦੇ ਵਿੱਚ ਹੀ ਆ, ਇਹ ਸਮੱਸਿਆ ਇੰਡੀਆ ਦੇ ਵਿੱਚ ਹੀ ਆ, ਪੂਰੇ ਇੰਡੀਆ ਦੇ ਵਿੱਚ ਹੀ ਇਸੇ ਤਰ੍ਹਾਂ ਦਾ ਮਾਮਲਾ ਹੁੰਦਾ ਕਿ ਸਰਕਾਰਾਂ ਬਦਲ ਜਾਂਦੀਆਂ ਨੇ। ਉਹ ਜਿਹੜੇ ਕੇਸ ਦਰਜ ਹੋਏ ਹੁੰਦੇ ਆ, ਜਿਵੇਂ ਯਦੀਯੂਰਪ ਆ, ਉਹਦੇ ਪਤਾ ਨਹੀਂ ਮੇਰੇ ਖਿਆਲ ਦੇ ਨਾਲ 16 ਜਾਂ 17 ਕੇਸ ਜਾਂ ਇਸ ਤੋਂ ਵੀ ਵੱਧ ਹੋ ਸਕਦੇ ਆ। ਬਹੁਤਿਆਂ 'ਚ ਚਾਰਜਸ਼ੀਟ ਹੀ ਫਾਈਲ ਹੋਈ, ਕਈ ਮੁਕੱਦਮੇ 15-15 ਸਾਲ ਪੁਰਾਣੇ ਆ। ਯੋਗੀ ਆਦਿੱਤਿਆਨਾਥ ਦਾ ਵੀ ਇਹੀ ਟਰੈਕ ਰਿਕਾਰਡ ਆ। ਸੋ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਜ਼ਰੂਰ ਹੁੰਦੇ ਆ, ਮੁਕੱਦਮੇ ਕਿਨਾਰੇ ਨਹੀਂ ਲੱਗਦੇ ਕਿਉਂਕਿ ਇੱਕ ਸਰਕਾਰ ਪਾਵਰ 'ਚ ਹੁੰਦੀ ਆ। ਤਾਂ ਜਦੋਂ ਬਦਲ ਜਾਂਦੀ ਆ, ਉਹਦੇ ਖਿਲਾਫ ਮੁਕੱਦਮਾ ਮੰਨ ਲਓ ਬਣਿਆ ਵਾ, ਤਾਂ ਦੂਜੀ ਆ ਕੇ ਉਹਨਾਂ ਦੇ ਖਿਲਾਫ ਬਣਾ ਦਿੰਦੀ ਆ। ਉਹ ਜਿਹੜੇ ਮੁਕੱਦਮੇ ਉਹ ਇਸੇ ਤਰ੍ਹਾਂ ਪੈ ਰਹਿੰਦੇ ਆ। ਉਹਨਾਂ ਨੂੰ ਤਾਂ ਕਿ ਜੇ ਅਸੀਂ ਛੇੜਾਂਗੇ, ਇਹ ਵੀ ਆਪਦੇ ਰਾਜ ਦੇ ਵਿੱਚ ਇਹ ਛੇੜ ਲੈਣਗੇ।
ਬਿੱਟੂ ਜੀ, ਪੰਜਾਬ ਚੋਂ ਟੀਕੇ ਮੁੱਕੇ ਨੇ, ਖਬਰ ਪਹਿਲਾਂ ਵੀ ਸਾਂਝੀ ਕੀਤੀ ਹੈ, ਪਰ ਨਿੱਜੀ ਤੌਰ ਤੇ ਉਪਲਬਧ ਨੇ। ਨਿੱਜੀ ਤੌਰ ਤੇ ਲੋਕਾਂ ਨੇ ਘਰਾਂ ਦੇ ਵਿੱਚ ਜਿਹੜੇ ਨੇ ਉਹ ਆਕਸੀਜਨ ਦੇ ਸਿਲੰਡਰ ਵੀ ਰੱਖ ਲਏ, ਵਰਤਣਾ ਭਾਵੇਂ ਆਉਂਦਾ ਨਾ ਹੋਵੇ, ਕਿਉਂਕਿ ਸੁਚੇਤ ਹੋ ਗਏ ਲੋਕਾਂ ਨੇ, ਆਪਣਾ ਜਿਹੜਾ ਪ੍ਰਬੰਧ ਕਰ ਲਿਆ। ਜਿੰਨਾ ਕੋਈ ਚਾਰ ਪੈਸੇ ਨੇ, ਸਰਮਾਏਦਾਰੀ ਤੁਹਾਨੂੰ ਪਤਾ ਕਿ ਆਪਣਾ ਪੱਲਾ ਬਚਾਉਂਦੀ ਹੁੰਦੀ ਹੈ ਹਮੇਸ਼ਾ ਹੀ, ਹਰ ਤਰੀਕੇ ਦੇ ਨਾਲ। ਸੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਰਕਾਰ ਇੱਥੇ ਕੋਈ ਸਖਤੀ ਨਹੀਂ ਕਰ ਸਕਦੀ? ਨਹੀਂ ਜੀ, ਨਿੱਜੀ ਹਸਪਤਾਲ ਇਹਦੇ ਵਾਸਤੇ ਇਹਨਾਂ ਦੇ ਖੁੱਲੇ ਹੋਏ ਆ ਕਿ ਇੱਥੋਂ ਟੀਕਾ ਲਵਾ ਸਕਦੇ ਹੋ ਤੁਸੀਂ। ਆਹੀ ਤਾਂ ਗੇਮ ਹੈ ਟੀਕੇ ਦੀ, ਆਹੀ ਗੇਮ ਆ। ਜੇ ਤੁਸੀਂ ਦੇਖੋਗੇ ਅੱਜ ਹੁਣ ਇੱਕ ਅਖਬਾਰ ਦੇ ਵਿੱਚ ਲੱਗੀ ਤਾਂ ਖਬਰ ਆ, ਪਰ ਪ੍ਰਿੰਟ ਮੀਡੀਆ 'ਚ ਜਿਹੜੇ ਬੰਦੇ ਕੰਮ ਕਰਦੇ ਆ ਕਾਫੀ ਲੰਬਾ ਸਮਾਂ ਹੀ ਪ੍ਰਿੰਟ ਮੀਡੀਆ 'ਚ ਗੁਜ਼ਾਰਿਆ, ਪਤਾ ਲੱਗ ਜਾਂਦਾ ਕਿ ਖਬਰ ਦੇ ਰੂਪ ਦੇ ਵਿੱਚ ਇਸ਼ਤਿਹਾਰ ਕਿਹੜਾ ਵਾ, ਮਸ਼ਹੂਰੀ ਕਿਹੜੀ ਆ। ਕੁਝ ਹਸਪਤਾਲਾਂ ਦਾ ਜ਼ਿਕਰ ਕੀਤਾ ਗਿਆ, ਪਾਰਟੀਕੂਲਰ ਅੰਮ੍ਰਿਤਸਰ ਦੇ 2 ਹਸਪਤਾਲ, ਕਿ ਇਹਨਾਂ ਹਸਪਤਾਲਾਂ 'ਚ ਜੀ 1500 ਰੁਪਏ 'ਚ ਟੀਕਾ ਲੱਗੇਗਾ, ਜਦਕਿ ਰੇਟ ਜਿਹੜਾ ਕੋਵਿਸ਼ੀਲਡ ਦਾ ਉਹ ਮੇਰੇ ਖਿਆਲ ਦੇ ਨਾਲ ਨਿੱਜੀ ਹਸਪਤਾਲਾਂ ਵਾਸਤੇ ਇਹਨਾਂ ਨੇ ਰੱਖਿਆ ਸੀਗਾ 800, ਫਿਰ ਉਹਦੇ 'ਚ ਵੀ ਥੋੜਾ ਜਿਹਾ ਘਟਾਇਆ ਗਿਆ, 700-800 ਦੇ ਕਰੀਬ ਆ। ਤਾਂ ਹਿਸਾਬ ਲਾ ਲਓ ਦੁੱਗਣੇ ਤੇ ਗਿਆ। ਚਲਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇੱਥੇ ਬਹੁਤ ਜ਼ਿਆਦਾ ਵਪਾਰ ਹੋਣਾ ਇਹਨਾਂ ਚੀਜ਼ਾਂ ਦਾ। ਸਰਕਾਰੀ ਤੌਰ ਤੇ ਕਿੱਲਤ ਆ ਵੈਕਸੀਨੇਸ਼ਨ ਦਾ। ਹੁਣ ਤੁਹਾਨੂੰ ਪਤਾ ਹੀ ਹੈ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਬਹੁਤ ਜ਼ਿਆਦਾ ਲੋਕਾਂ ਨੂੰ ਹੋਇਆ ਕਿ ਵੈਕਸੀਨੇਟ ਹੋ ਜਾਓ ਦਵਾ ਦਾ, ਸ਼ਾਇਦ ਬਿਮਾਰੀ ਜਿਹੜੀ ਆ ਉਹ ਠੱਲੀ ਜਾਊਗੀ। ਪਰ ਇੱਥੇ ਤੇ ਸਾਡੇ ਡਾਕਟਰ ਸਾਹਿਬ ਵੀ 2 ਡੋਜ਼ਾਂ ਲਵਾਉਣ ਤੋਂ ਬਾਅਦ ਗੁਜ਼ਰ ਗਏ ਨੇ, ਤੇ ਹੁਣ ਤੇ ਕਹੀ ਜਾਂਦੇ ਆ ਕਿ 2 ਨਾਲ ਵੀ ਨਹੀਂ ਸਰਨਾ ਭਾਈ, ਤੀਜੀ ਵੀ ਲਵਾਉਣੀ ਪੈਣੀ ਆ, ਬੂਸਟਰ ਦੀ ਲੋੜ ਪੈਣੀ ਆ। ਉਸ ਤੋਂ ਬਾਅਦ ਹੋ ਸਕਦਾ ਇਹ ਛਮਾਈ ਕਰਦੇ ਨੇ, ਜਿਵੇਂ ਮੰਨ ਲਓ ਸਾਡਾ ਕਣਕ ਝੋਨਾ ਆਉਂਦਾ ਕਿ 6 ਮਹੀਨਿਆਂ ਬਾਅਦ ਭਾਈ ਇੱਕ ਲਵਾ ਲਓ। ਸੋ ਕਹਿਣ ਦਾ ਮਤਲਬ ਕਿ 1500 ਰੁਪਏ ਦਾ ਟੀਕਾ ਲਾਨੀਆਂ ਅਖਬਾਰ 'ਚ ਖਬਰ ਲਵਾ ਕੇ ਕਹਿ ਰਹੇ ਆ ਕਿ ਭਾਈ ਸਾਡੇ ਕੋਲ ਹੈਗਾ ਸਟਾਕ, ਜੇ ਤੁਸੀਂ ਆਣਾ ਆ ਜਾਓ, 1500 ਰੁਪਇਆ ਜੇਬ 'ਚ ਪਾ ਲਿਓ। ਤੇ ਕਮਾਲ ਦੀ ਗੱਲ ਇਹ ਆ ਕਿ ਇੱਕ ਮੈਂ ਚੈੱਕ ਕੀਤਾ, ਲੁਧਿਆਣੇ ਦਾ ਹਸਪਤਾਲ ਆ ਜਿਹੜਾ ਉਹੀ ਟੀਕਾ 850 ਚਲਾ ਰਿਹਾ। ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਸ ਰੇਂਜ ਦੇ ਵਿੱਚ ਇਹਨਾਂ ਨੇ ਪ੍ਰਾਈਸ ਜਿਹੜਾ ਮੁਕਰਰ ਕੀਤਾ ਵਾ, ਤੇ ਉਹਦੇ ਵਿੱਚ ਚਲੋ ਕੁਛ ਹੁੰਦਾ ਕਿ ਜਿੱਦਾਂ ਸਿਰਿੰਜ ਵਗੈਰਾ ਜੋ ਸੂਈ ਦਾ ਖਰਚਾ ਜਾਂ ਉਹਨਾਂ ਨੇ ਆਪਣਾ ਵੀ ਕੁਛ ਕਰਨਾ ਹੀ ਆ, ਤਾਂ ਉਹਦਾ ਜਿਹੜਾ ਖਰਚਾ ਹੈ ਉਹ 850 ਰੁਪਇਆ ਲੁਧਿਆਣੇ ਦੇ ਇੱਕ ਹਸਪਤਾਲ। ਕਿਹੜੀ ਜਿਹੜੀ ਹੈਗੀ ਜੀ ਵੈਕਸੀਨ ਲੱਗ ਰਹੀ ਹੈ? ਕੋਵਿਸ਼ੀਲਡ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਸਿਰਫ ਕੋਈ 2 ਟੀਕੇ ਹੀ ਆ ਇੱਥੇ ਪ੍ਰਮਾਣਿਤ ਹਾਲ ਦੀ ਘੜੀ। ਕੋਈ ਵੀ ਵੈਕਸੀਨੇਸ਼ਨ ਆ ਜਿਹਦਾ ਰੇਟ ਇੱਕ ਤੈਅ ਆ, ਉਹ ਤੋਂ ਐਲਾਨੀਆਂ ਦੁੱਗਣੇ ਰੇਟ ਤੇ ਵੇਚ ਰਹੇ ਨੇ। ਇਹ ਤਾਂ ਸੋਚਣ ਵਾਲੀ ਗੱਲ ਹੈ ਨਾ, ਦੁੱਗਣੇ ਰੇਟ ਤੇ ਵਿੱਚ ਚਾਹੇ ਕੋਈ ਵੀ ਆ। ਮੰਨ ਲਓ ਕੱਲ ਨੂੰ ਸਮਝੌਤਾ ਹੋ ਜਾਂਦਾ, ਫਾਈਜ਼ਰ ਦੀ ਆ ਜਾਂਦੀ ਆ, ਪਰ ਫਿਰ ਰੌਲਾ ਇਹੀ ਆ ਕਿ ਇੱਥੇ ਬਾਜ਼ਾਰ ਦੇ ਵਿੱਚ ਪਹਿਲਾਂ ਕਿੱਲਤ ਕ੍ਰੀਏਟ ਕੀਤੀ ਜਾਂਦੀ ਆ ਕਿਸੇ ਵੀ ਚੀਜ਼ ਦੀ। ਜਦ ਕਿੱਲਤ ਕ੍ਰੀਏਟ ਹੋ ਜਾਂਦੀ, ਹੁਣ ਬਲੈਕ ਫੰਗਸ ਜਿਹਦੀ ਤੁਸੀਂ ਗੱਲ ਕਰਦੇ ਸੀ, ਇਹਦੀ ਦਵਾਈ ਕੱਲ ਕਹਿੰਦੇ ਜੀ ਇੱਕ ਨਵੀਂ ਦਵਾਈ ਆ ਗਈ 600 ਦੀ ਗੋਲੀ ਆ, 8500 ਦਾ ਟੀਕਾ। ਹੁਣ 600 ਦੀ ਗੋਲੀ ਇੱਕ ਗਰੀਬ ਵਾਸਤੇ 600 ਦੀ ਗੋਲੀ ਸੋਚ ਕੇ ਤੇ ਵੇਖੋ ਨਾ। ਬਿਲਕੁਲ 3500 ਦਾ ਟੀਕਾ ਬਾਅਦ ਦੇ ਵਿੱਚ ਇਹਦਾ ਟੀਕਾ ਇਹਦਾ ਬਾਅਦ ਦੇ ਵਿੱਚ 4 ਦਿਨਾਂ ਬਾਅਦ ਲਿਸਟ ਤੋਂ ਬਾਹਰ ਕਰ ਦਿੰਦੇ, ਨਹੀਂ ਜੀ ਇਹ ਦਵਾਈ ਕਾਰਗਰ ਨਹੀਂ ਹੈ। ਮਿੰਟੂ ਜੀ ਜਦ ਤੱਕ ਲੋਟ ਹੋ ਚੁੱਕੀ ਹੁੰਦੀ ਆ ਉਦੋਂ ਕਹਿ ਦਿੰਦੇ ਆ ਕਿ ਨਹੀਂ ਇਹਨੂੰ ਲਿਸਟ ਤੋਂ ਬਾਹਰ ਕੀਤਾ ਜਾਂਦਾ ਜੀ। ਅੱਗੇ ਇਹਨੂੰ ਲਿਸਟ ਤੋਂ ਬਾਹਰ ਪਲਾਜ਼ਮਾ ਥੈਰੇਪੀ ਲੋਕਾਂ ਨੇ ਸੌਦੇ ਕੀਤੇ ਪਲਾਜ਼ਮਾ ਲਈ। ਬਾਅਦ ਦੇ ਵਿੱਚ ਕੀ ਹੋਇਆ, ਪਲਾਜ਼ਮਾ ਥੈਰੇਪੀ ਰੈਮੀਡੀਏਸਵਰ ਵਾਸਤੇ ਲੋਕ ਮਰ ਗਏ, ਬਾਹਰ ਕਰਤਾ ਰੈਮੀਡੀਏਸਵਰ, ਕਹਿੰਦੇ ਕਿ ਨਹੀਂ ਜੀ ਇਹਨਾਂ ਚੀਜ਼ਾਂ ਦਾ ਅਸਰ ਨਹੀਂ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਵੇਖਣਾ ਚਾਹੀਦਾ। ਹੁਣ ਚਲੋ ਕੇਸ ਤੱਕ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਕਰੋਨਾ ਖਤਮ ਹੋਣ ਦੇ ਕਗਾਰ ਤੇ ਆ ਗਿਆ, ਅੱਜ 1 ਲੱਖ ਤੋਂ ਵੀ ਘੱਟ ਗਏ, 2 ਲੱਖ ਤੋਂ ਵੀ ਘੱਟ ਗਏ ਕੇਸ ਇੰਡੀਆ 'ਚ। ਪੰਜਾਬ 'ਚ 5000 ਤੋਂ ਵੀ ਥੱਲੇ ਆ ਗਏ ਆ, ਕਿਉਂਕਿ RSS ਦੀ ਬੈਠਕ ਹੋ ਗਈ, ਮੋਦੀ ਸਾਹਿਬ ਦਾ ਬਿਆਨ ਆ ਗਿਆ, ਟੀਕਾਕਰਨ ਬੰਦ ਹੋ ਗਿਆ ਤਕਰੀਬਨ। ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਕਰੋਨਾ ਨੂੰ ਇੱਕ ਵਾਰੀ ਤੇ ਮੁਕਾ ਦੇਣਗੀਆਂ, ਕਿਉਂਕਿ ਅੱਜ RSS ਦੇ ਜਿਹੜੇ ਮੁੱਖ ਅਖਬਾਰ ਨੇ ਇੰਡੀਆ ਦੇ, ਉਹਨਾਂ ਦੀਆਂ ਸਟੋਰੀਆਂ ਨੇ ਬਕਾਇਦਾ, ਉਹ ਕਹਿੰਦੇ ਕਿ ਹਿੰਦੂਆਂ ਦੇ ਵਿੱਚ ਤੇ ਦਫਨ ਕਰਨ ਦੀ ਰੀਤ ਆ, ਪਰੰਪਰਾ, ਉਹਨੂੰ ਲੋਕ ਫੋਲੋ ਕਰਦੇ। ਕੋਈ ਹਾਹਾਕਾਰ ਨਹੀਂ ਹੈਗੀ ਗੰਗਾ ਦੇ ਕਿਨਾਰੇ, ਅਸੀਂ ਜਾ ਕੇ ਦੇਖਿਆ। ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣ ਤਾਂ ਸਮਝ ਲਓ ਕਿ ਮਾਮਲਾ ਹੁਣ ਦੂਜੇ ਪਾਸੇ ਜਾਊਗਾ। ਪਰ ਆ ਜਿਹੜੀ ਲੁੱਟ ਚੱਲ ਰਹੀ ਹੈ ਕਿ ਲੋਕਾਂ ਨੂੰ ਇੱਕ ਵਾਰੀ ਤੁਸੀਂ ਵੈਕਸੀਨੇਸ਼ਨ ਪ੍ਰਤੀ ਬਹੁਤ ਜ਼ਿਆਦਾ ਉਹਨਾਂ ਨੂੰ ਜਗਿਆਸੂ ਕਰ ਦਿੱਤਾ, ਬਹੁਤ ਜ਼ਿਆਦਾ ਉਹ ਇਸ ਟਾਈਮ ਇਹ ਸੋਚ ਕੇ ਚੱਲਦੇ ਆ ਕਿ ਵੈਕਸੀਨੇਟ ਹੋ ਜਾਈਏ ਅਸੀਂ ਸ਼ਾਇਦ ਬਚ ਜਾਵਾਂਗੇ। ਉਹਨਾਂ ਨੂੰ ਇਹੀ ਲੱਗਦਾ, ਪਿੰਡਾਂ 'ਚ ਵੀ ਇਹੋ ਲੱਗਦਾ ਕਿ ਇੱਕ ਟੀਕਾ ਲੱਗ ਗਿਆ ਉਸ ਤੋਂ ਬਾਅਦ ਜਿਵੇਂ ਪੋਲੀਓ ਦੀ ਖੁਰਾਕ ਹੈ ਕਿ ਇਹ ਨਹੀਂ ਹੋਣੀ। ਪਰ ਆ ਜਿਹੜੀ ਲੁੱਟ ਆ ਇਹਨੂੰ ਬੰਦ ਕਰਨ ਦੀ ਜ਼ਰੂਰਤ ਆ। ਸਾਡੇ ਸਿੱਧੂ ਸਾਹਿਬ ਕਹਿੰਦੇ ਸੀਗੇ ਕਿ ਅਸੀਂ ਦੇਖੋ ਜੀ ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ, ਹੁਣ ਫਿਰ ਕੱਲ ਬਿਆਨ ਦਿੱਤੀ ਖੜਦੇ ਆ ਜਿਹੜੀਆਂ ਐਲਾਨੀਆਂ ਲੁੱਟਾਂ ਨੇ ਉਹਨਾਂ ਨੂੰ ਤੇ ਬੰਦ ਕਰਵਾਓ ਨਾ ਜੀ।
ਮਿੱਟੂ ਜੀ ਇਹ ਟੀਕਾ ਜਿਹੜਾ ਹੈ ਨਾ ਜੀ, ਕਾਲੀ ਫੰਗਸ ਯੈਲੋ ਜਾਂ ਹੁਣ ਵਾਈਟ ਵੀ ਹੋ ਗਈ, ਯੈਲੋ ਵੀ ਹੋ ਗਈ, ਲੱਛਣ ਇਹਦੇ ਸੇਮ ਹੀ ਨੇ। ਤੇ ਸਾਡੇ ਜਿਹੜੇ ਵੀਰ ਜੀ ਦੱਸ ਕੇ ਗਏ ਨੇ ਡਾਕਟਰ, ਉਹ ਬੜਾ ਡਿਟੇਲ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ, ਜਿਹੜੇ ਸਾਡੇ ਕਾਲਰ ਸਤਿਕਾਰਯੋਗ, ਕਿ ਡਾਕਟਰ ਕਹਿੰਦੇ ਨੇ ਕਿ ਵਾਈਟ ਹੈ, ਬਲੈਕ ਹੈ, ਯੈਲੋ ਆ। ਇਹ ਚਰਚਾ ਸ਼ੁਰੂ ਹੋ ਗਈ ਕਿ ਹੁਣ ਯੈਲੋ ਵੀ ਆ ਗਈ। ਇੱਥੇ ਅੰਜੂ ਜੀ ਦੇ ਹਸਬੈਂਡ ਨੇ ਉਹ ਕਾਫੀ ਲੰਮਾ ਸਮਾਂ ਫਾਰਮਾਸਿਊਟੀਕਲਸ ਉਹਨਾਂ ਨੇ ਕੰਮ ਕੀਤਾ, ਅਤੇ ਅੱਜ ਕੱਲ੍ਹ ਉਹ ਆਪਣੀ ਔਰਗੈਨਿਕ ਪਲਾਂਟ ਉਹਨਾਂ ਦਾ, ਜਿਹੜੀਆਂ ਜੜੀ ਬੂਟੀਆਂ ਦੇ ਨਾਲ ਆਪਣਾ ਜਿਹੜਾ ਸਪਲੀਮੈਂਟ ਵਗੈਰਾ ਦਾ ਕੰਮ, ਕਾਫੀ ਨੌਲੇਜ ਹੈ। ਅਤੇ ਮੈਂ ਬਲੈਕ ਫੰਗਸ ਬਾਰੇ ਮੈਨੂੰ ਜਦੋਂ ਪੁੱਛਿਆ ਸੀ, ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਇੰਡੀਆ ਦੇ ਵਿੱਚ ਦਾ ਇਲਾਜ ਹੈਗਾ, ਟੀਕਾ ਹੈਗਾ। ਹੁਣ ਉਹ ਟੀਕਾ ਅੱਜ ਤੋਂ 10 ਦਿਨ ਪਹਿਲਾਂ ਜਾਂ ਬਲੈਕ ਫੰਗਸ ਆਉਣ ਤੋਂ ਮਹੀਨਾ ਪਹਿਲਾਂ ਤਾਂ ਉਹਨੂੰ ਕਿਸੇ ਨੇ ਪੁੱਛਿਆ ਨਹੀਂ ਹੋਣਾ, ਉਹਦਾ ਰੇਟ ਉਹੀ ਹੋਣਾ, ਟੀਕਾ ਵੀ ਉਹੀ ਹੋਣਾ, ਆਮ ਰੈਗੂਲਰ ਮਾਰਕੀਟ 'ਚ ਮਿਲ ਜਾਂਦਾ ਹੋਊਗਾ। ਜਿਹੜਾ ਹੁਣ ਤੁਸੀਂ ਦੱਸ ਰਹੇ ਹੋ ਕਿ ਉਹ ਟੀਕਾ ਉਹੀ 8500 ਦਾ, ਤੇ ਗੋਲੀ ਜਿਹੜੀ ਹੈ ਉਹੀ ਨਹੀਂ ਸਰ, ਉਹੀ ਨਹੀਂ ਮੈਂ ਉਹੀ ਨਹੀਂ ਕਰਿਆ, ਤਾਂ ਨਵੀਂ ਕੋਈ ਦਵਾਈ ਲਾਂਚ ਹੋਈ ਹੈ, ਉਹੀ ਇਹ ਚੀਜ਼ ਰਲ ਕੱਢਣਾ ਜੀ। ਸ਼ਾਇਦ ਨਹੀਂ, ਮੈਂ ਆਪਣਾ ਕੈਸਾ ਲਾ ਰਿਹਾ ਨਾ ਇਹ, ਵੀ ਸ਼ਾਇਦ ਟੀਕਾ ਕੋਈ ਉਹੀ ਹੋਵੇ। ਟੀਕਾ ਪਹਿਲਾਂ ਭਾਜੀ ਕਹਿੰਦੇ ਕਿ ਹੈਗਾ ਮਾਰਕੀਟ ਦੇ ਵਿੱਚ, ਮੈਂ ਕੱਲ੍ਹ ਨੂੰ ਉਹਨਾਂ ਕੋਲ ਨਾ ਪੁੱਛ ਕੇ ਤੇ ਜ਼ਰੂਰ ਸ਼ੇਅਰ ਕਰਾਂਗਾ ਕਿ ਇਹ ਟੀਕਾ ਪਹਿਲਾਂ ਬਲੈਕ ਫੰਗਸ ਲਈ ਵਰਤਿਆ ਜਾਂਦਾ ਸੀਗਾ, ਜਾਂ ਇਹ ਬਿਮਾਰੀ ਕੋਈ ਨਵੀਂ ਤਾਂ ਹੈ ਨਹੀਂ, ਪਹਿਲਾਂ ਵੀ ਇਹ ਚੱਲਦੀ ਸੀ ਕਹਿੰਦੇ। ਸੋ ਇਹਦਾ ਇਲਾਜ ਕਹਿੰਦੇ ਹੈਗਾ ਭਾਰਤ ਵਿੱਚ, ਸੋ ਚਿੰਤਾ ਵਾਲੀ ਗੱਲ ਹੀ। ਉਹ ਦੱਸ ਰਹੇ ਸੀ ਮੈਨੂੰ, ਕੋਈ ਉਹਨਾਂ ਨੇ ਸਭ ਕੁਝ ਮੈਨੂੰ ਟੈਬਲੇਟਸ ਵੀ ਦੱਸਿਆ, ਵੀ ਗੋਲੀਆਂ ਵੀ ਹੈਗੀਆਂ ਨੇ, ਕਾਫੀ ਨੌਲੇਜ ਆ ਉਹਨਾਂ ਦੇ ਕੋਲ। ਮੈਂ ਸ਼ਾਇਦ ਉਹਨਾਂ ਨਾਲ ਗੱਲਬਾਤ ਵੀ ਕਰਾਂਗਾ ਇਹਦੇ ਬਾਰੇ। ਚਲੋ, ਚੌਕਸ ਹੋ ਗਿਆ, ਆਪਣੇ ਟਿਕਾਣੇ ਤੋਂ ਵੀ ਲਾਪਤਾ ਹੋਇਆ, ਇਹਨੂੰ ਕਹਿੰਦੇ ਚੌਕਸ ਹੋਣਾ। ਹਾਂਜੀ, ਆਪਾਂ ਇਹਦੇ ਬਾਰੇ ਗੱਲ ਕਰ ਲਈ, ਕੀ ਕਹਿਣਾ ਚਾਹੋਗੇ? ਹਾਂਜੀ, ਮਹਿਲ ਚੌਕਸੀ ਜਿਹੜਾ ਆ ਉਹ ਲਾਪਤਾ ਹੈ। ਐਂਟੀਗੁਆ ਦੇ ਵਿੱਚ ਸੀਗਾ, ਨੇ ਮੰਗੀ ਸੀਗੀ, ਸ਼ਰਨ ਵੀ ਮੰਗੀ ਸੀ, ਤੁਹਾਨੂੰ ਯਾਦ ਹੋਣਾ। ਉਸ ਤੋਂ ਬਾਅਦ ਪਤਾ ਨਹੀਂ ਚੱਲਣ ਮਿਲੀ ਹੈ ਕਿ ਨਹੀਂ ਮਿਲੀ ਹੈ। ਤੇ ਹੁਣ ਜਿਹੜੀ ਖਬਰ ਆਉਣ ਡਈ ਆ ਉਹ ਇਹ ਆ ਕਿ ਜਿਵੇਂ ਇੰਡੀਆ ਦੇ ਵਿੱਚ ਸਵੇਰਾ ਹੋਇਆ, ਬਹੁਤ ਵੱਡੀ ਖਬਰ ਆ, ਉਹਦੇ ਵਿੱਚ ਇਹ ਆ ਰਹੀ ਆ ਇਸ ਟਾਈਮ। ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹ ਆਪਣੇ ਟਿਕਾਣੇ ਤੋਂ ਲਾਪਤਾ ਹੋ ਗਿਆ, ਤੇ ਇੱਕ ਉੱਥੋਂ ਦੇ ਮਤਲਬ ਕਿ ਸਥਾਨਕ ਮੀਡੀਆ ਦੇ ਆਊਟਲੈਟ ਨੇ ਇਹ ਗੱਲ ਕਹੀ ਹੈ ਕਿ ਇਹਦੀ ਕਾਰ ਜਿਹੜੀ ਹੈ ਉਹ ਆਈਲੈਂਡ ਤੋਂ ਥੋੜੀ ਜਿਹੀ ਉਰੇ ਮਿਲੀ ਆ, ਤਾਂ ਉਹ ਕਾਰ ਦੇ ਵਿੱਚ ਹੈ ਨੀ ਗਾ। ਤੇ ਜਿਹੜੇ ਮੈਂਬਰ ਆ ਇਹਦੇ ਪਰਿਵਾਰਕ ਜੀ ਆ ਉਹ ਚਿੰਤਤ ਆ, ਹੁਣ ਇਹ ਗਿਆ ਕਿੱਧਰ ਆ ਪਤਾ ਨਹੀਂ ਹੈ। ਪਰ ਮੇਹਲ ਚੌਕਸੀ ਇਸ ਵੇਲੇ ਗਾਇਬ ਆ। ਐਂਟੀਗੁਆ newsroom.com ਆ ਜਿਹਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਜਿਹੜਾ ਹੀਰਾ ਕਾਰੋਬਾਰੀ ਮੇਹਲ ਚੌਕਸੀ ਆ, ਉਹਦੀ ਜਿਹੜੀ ਕਾਰ ਆ ਉਹ ਜੌਲੀ ਹਾਰਬਰ ਚੋਂ ਮਿਲੀ ਆ। ਮਤਲਬ ਇਹ ਸਾਫ਼ ਹੈ, ਸਪਸ਼ਟ ਆ ਕਿ ਉਹਦੀ ਕਾਰ ਮਿਲੀ ਆ, ਪਰੰਤੂ ਉਹ ਲਾਪਤਾ ਹੈ ਜਾਂ ਗਾਇਬ ਹੈ, ਦੋ ਚੀਜ਼ਾਂ 'ਚ ਫਰਕ ਹੁੰਦਾ। ਲਾਪਤਾ ਤੇ ਕਿਤੇ ਵੀ ਮਿਲ ਸਕਦਾ, ਗਾਇਬ ਹੋ ਗਿਆ ਜਾਂ ਗਾਇਬ ਕਰ ਦਿੱਤਾ ਗਿਆ ਉਹ ਵੱਖਰੀ ਚੀਜ਼ ਆ। ਹੁਣ ਪਤਾ ਨਹੀਂ, ਹੋ ਸਕਦਾ ਟਿਕਾਣੇ ਬਦਲਦੇ ਰਹਿੰਦੇ, ਇਸ ਤਰ੍ਹਾਂ ਦੇ ਮਹਿਰਮ ਹੁੰਦੇ ਆ ਜਿਹੜੇ, ਤਾਂ ਹੋ ਸਕਦਾ ਕੋਈ ਟਿਕਾਣਾ ਹੋਰ ਜੱਚ ਗਿਆ ਹੋਵੇ ਕਿ ਉੱਥੇ ਬਹਿ ਜਾਈਏ। ਪੈਸਿਆਂ ਦੀ ਤਾਂ ਕੋਈ ਕਿੱਲਤ ਹੀ ਹੈ ਨਹੀਂ, 13-14 ਹਜ਼ਾਰ ਕਰੋੜ ਰੁਪਈਆ ਤੇ ਇੱਧਰੋਂ ਹੀ ਮਾਠਿਆ ਇਹਨਾਂ ਨੇ। ਹੋ ਸਕਦਾ ਕੋਈ ਟਿਕਾਣਾ ਬਦਲਿਆ ਹੋਵੇ, ਪਰ ਹੋ ਸਕਦਾ ਕੁਝ ਹੋਰ ਵੀ ਹੋ ਗਿਆ ਹੋਵੇ, ਵਾਪਰ ਗਿਆ ਹੋਵੇ, ਸੰਭਾਵਨਾ ਰਹਿੰਦੀ ਹੈ। ਲੈਟਸ ਸੀ ਕੀ ਨਿਕਲਦੀ ਹੈ ਇਨਫੋਰਮੇਸ਼ਨ ਇਸ ਮਾਮਲੇ 'ਚ। ਪਰ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੀ ਹੈ ਖਬਰ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।